ਸਤਿ ਸ਼੍ਰੀ ਅਕਾਲ। दैनिक सवेरा च ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਹਾਲੀ ਤੋਂ, ਜਿੱਥੇ ਯੂਥ ਅਕਾਲੀ ਦਲ ਦੇ ਐਸਓਆਈ ਨੇਤਾ ਵਿੱਕੀ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੈਕਟਰ 71 ਦੇ ਵਿੱਚ 10 ਤੋਂ 12 ਰਾਉਂਡ ਫਾਇਰ ਕੀਤੇ ਗਏ, ਜਿੱਥੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਕਾਰਨ ਉਹਨਾਂ ਦਾ ਕਤਲ ਹੋਇਆ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਗੱਲ ਸਾਫ਼ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਸੈਕਟਰ 71 ਚ ਪ੍ਰਾਪਰਟੀ ਡੀਲਰ ਦੀ ਦੁਕਾਨ ਤੋਂ ਬਾਹਰ ਜਾ ਰਹੇ ਵਿੱਕੀ ਮਿੱਡੂ ਖੇੜਾ ਨੂੰ ਘੇਰਾ ਪਾ ਲਿਆ ਗਿਆ। ਉਸ ਤੇ 25 ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚੋਂ 10 ਤੋਂ 12 ਗੋਲੀਆਂ ਮਿੱਡੂ ਨੂੰ ਲੱਗੀਆਂ, ਜਿਸ ਕਾਰਨ ਮਿੱਡੂ ਖੇੜਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੈ। ਦੱਸਦੇ ਕਿ ਮਿੱਡੂ ਖੇੜਾ ਪੰਜਾਬੀ ਸਿੰਗਰ ਮਨਕੀਰਤ ਔਲਖ ਦੇ ਕਾਫੀ ਖਾਸ ਮੰਨੇ ਜਾਂਦੇ ਨੇ। ਵਾਦੇ ਅਗਲੀ ਖਬਰ ਦੇ ਵੱਲ ਐਸਜੀਪੀਸੀ ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਜਸਟਿਸ ਐਸਐਸ ਸਾਰੋ ਨੇ ਦੈਨਿਕ ਸਵੇਰਾ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਜਸਟਿਸ ਸਾਰੋ ਨੇ ਐਸਜੀਪੀਸੀ ਚੋਣਾਂ ਨੂੰ ਲੈ ਕੇ 10 ਤੋਂ 15 ਦਿਨਾਂ ਦੇ ਵਿੱਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋਣ ਜਾਣ ਬਾਰੇ ਦੱਸਿਆ। ਉਹਨਾਂ ਕਿਹਾ ਕਿ ਪਹਿਲਾਂ ਵੱਡਾ ਕੰਮ ਇਹ ਹੈ ਕਿ ਵੋਟਰਾਂ ਦੀ ਸੂਚੀ ਬਣਾਉਣੀ ਅਤੇ ਸੋਧ ਕਰਨਾ, ਜਿਸ ਲਈ ਉਹ ਜਲਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦੇਣਗੇ। ਐਜ਼ ਏ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਅਹੁਦਾ ਸੰਭਾਲਿਆ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਤਿਆਰੀਆਂ ਕਿੱਥੇ ਖੜੀਆਂ ਨੇ ਔਰ ਕਿਸ ਤਰ੍ਹਾਂ ਦੇ ਨਾਲ ਹੁਣ ਤਿਆਰੀ ਕਰ ਰਹੇ ਹੋ? ਇਹਦੀਆਂ ਤਿਆਰੀਆਂ ਜੀ ਦੇਖੋ, ਮੈਂ ਚਾਰਜ ਲੈ ਲਿੱਤਾ ਹੈਗਾ ਜੀ। ਹਾਲੇ ਵੀ ਹੋਰ ਕਈ ਉਹ ਹੈਗਾ ਸਟਾਫ ਵਗੈਰਾ ਮਿਲਣਾ ਹੈਗਾ ਜੀ। ਕੰਪਿਊਟਰਾਈਜੇਸ਼ਨ ਅਸੀਂ ਕਰਨੀ ਹੈਗੀ ਜੀ। ਫਿਰ ਅਸੀਂ ਰਿਕੁਐਸਟ ਕਰਾਂਗੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਵੀ ਤੁਸੀਂ ਇਲੈਕਟੋਰਲ ਰੋਲਸ ਤੋਂ ਸ਼ੁਰੂ ਹੋਣੀ ਹੈ ਜੀ। ਸਭ ਤੋਂ ਪਹਿਲਾਂ ਕੰਮ ਸਾਡਾ ਹੈਗਾ ਵੀ ਇਲੈਕਟੋਰਲ ਰੋਲਸ ਨੂੰ ਤਿਆਰ ਕਰੋ ਔਰ ਉਹਨੂੰ ਅਪਡੇਟ ਕਰੋ, ਔਰ ਜਿਹੜੀਆਂ ਅਮੈਂਡਮੈਂਟ ਹੋਈਆਂ ਨੇ ਸਿੱਖ ਗੁਰਦੁਆਰਾ ਐਕਟ ਦੇ ਮੁਜਬ, ਉਸ ਅਮੈਂਡਮੈਂਟਸ ਦੇ ਤਹਿਤ ਇਲੈਕਟੋਰਲ ਰੋਲ ਤਿਆਰ ਕੀਤੇ ਜਾਣ, ਤਾਂ ਕਿ ਪੂਰੇ ਔਰ ਸਾਰੇ ਸਿੱਖ ਜਗਤ ਨੂੰ ਜਿੰਨੇ ਵੀ ਐਲੀਜੀਬਲ ਵੋਟਰਸ ਨੇ ਐਕਟ ਦੇ ਮੁਤਾਬਕ ਉਹਨਾਂ ਨੂੰ ਗੁਜ਼ਾਰਿਸ਼ ਹੈ ਵੀ ਉਹ ਆਪਣੇ ਆਪ ਨੂੰ ਵੋਟਰ ਐਨਰੋਲ ਕਰਨ ਔਰ ਰਜਿਸਟਰ ਕਰਾਉਣ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਨੇ ਅਨਾਉਂਸ ਕਰਨੀਆਂ। ਪੰਜਾਬ ਦੇ ਵਿੱਚ ਹੁਣ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਨੇ। ਤੁਹਾਨੂੰ ਕੀ ਲੱਗ ਰਿਹਾ, ਤੁਸੀਂ ਸਮਝ ਕਿਵੇਂ ਰਹੇ ਹੋ ਸਥਿਤੀ ਨੂੰ? ਕਦੋਂ ਤੱਕ ਇਹ ਚੋਣਾਂ ਹੋ ਸਕਦੀਆਂ? ਇਹਦੇ ਦੇਖੋ, ਇਹਦੇ ਵਿੱਚ ਮੇਰਾ ਕੋਈ ਉਹ ਨਹੀਂ ਹੋ ਜ਼ਿਆਦਾ ਨਹੀਂ। ਅਸੀਂ ਤਾਂ ਤਿਆਰੀ ਕਰਨੀ ਹੈਗੀ। ਜਿਹੜੀ ਇਲੈਕਸ਼ਨ ਕਦੋਂ ਹੋਣੀਆਂ ਨੇ ਇਹ ਸੈਂਟਰ ਗਵਰਨਮੈਂਟ ਹੀ ਨੋਟੀਫਾਈ ਕਰਨਗੇ ਜੀ। ਅਸੀਂ ਉਨੀ ਦੇਰ ਆਪਣੀ ਤਿਆਰੀ ਕਰਨੀ ਹੈਗੀ ਵੀ ਜੀ ਇਲੈਕਟੋਰਲ ਰੋਲਸ ਅਪਡੇਟ ਹੋਣ, ਸਾਰੀਆਂ ਕਨਸਟੀਟੂਐਂਸੀਜ਼ ਨਿਰਧਾਰਿਤ ਕੀਤੀਆਂ ਜਾਣ, ਜਿਹੜੇ ਮੋਡਸ ਆਫ ਇਲੈਕਸ਼ਨਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਕਰਨਾ ਹੈਗਾ। ਗੁਰਦੁਆਰਾ ਇਲੈਕਸ਼ਨ ਰੂਲਸ ਹੈਗੇ 1959 ਦੇ, ਉਹਨਾਂ ਨੂੰ ਅਸੀਂ ਫੋਲੋ ਕਰਕੇ ਉਹਦੇ ਮੁਜਬ ਇਲੈਕਸ਼ਨ ਪੂਰੇ ਫੇਅਰਨੈਸ ਨਾਲ ਅਸੀਂ ਸਾਡੀ ਪੁਰਜ਼ੋਰ ਕੋਸ਼ਿਸ਼ ਹੈਗੀ ਵੀ ਇਹ ਅਸੀਂ ਕਰਾਵਾਂਗੇ। ਤੁਹਾਨੂੰ ਕੀ ਲੱਗ ਰਿਹਾ, ਅੰਦਾਜ਼ਾ ਸਿਚੁਏਸ਼ਨ ਦੇਖ ਕੇ ਕੀ ਲੱਗ ਰਿਹਾ ਕਿ ਇਹਨਾਂ ਨੂੰ ਡੀਸੀਜ਼ ਨੂੰ ਆਰਡਰ ਦੇਣੇ, ਚੋਣ ਸੂਚੀਆਂ ਤਿਆਰ ਕਰਨੀਆਂ, ਵੋਟਰ ਲਿਸਟਾਂ ਤਿਆਰ ਕਰਨੀਆਂ, ਇਹ ਕਿੰਨਾ ਕੁ ਲੰਬਾ ਪ੍ਰੋਸੈਸ ਤੁਹਾਨੂੰ ਲੱਗ ਰਿਹਾ? ਇਹ ਦੇਖੋ ਜੀ, ਜਿਹੜੀਆਂ ਤਾਂ ਆਪਣੀਆਂ ਇਲੈਕਸ਼ਨਸ ਹੁੰਦੀਆਂ ਨੇ ਪਾਰਲੀਮੈਂਟ ਦੀਆਂ ਜਾਂ ਵਿਧਾਨ ਸਭਾ ਦੀਆਂ, ਉਹਦੇ ਵਿੱਚ ਜਿਹੜਾ ਡੀਸੀ ਆਫਿਸ ਇਲੈਕਸ਼ਨ ਕਮਿਸ਼ਨ ਦਾ ਸਟਾਫ ਹੈਗਾ, ਡੀਸੀ, ਉਹ ਲੋਕਾਂ ਦੇ ਘਰੇ ਜਾ ਕੇ ਇਲੈਕਟੋਰਲ ਰੋਲਸ ਤਿਆਰ ਕਰਦਾ ਹੈ। ਪਰ ਗੁਰਦੁਆਰਾ ਇਲੈਕਸ਼ਨਸ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਉਹ ਘਰੋਂ ਕਰ ਨਹੀਂ ਜਾਂਦਾ। ਜਿਹੜੇ ਵੀ ਐਲੀਜੀਬਲ ਵੋਟਰਸ ਨੇ ਉਹ ਖੁਦ ਆ ਕੇ ਆਪਣਾ ਐਨਰੋਲ ਕਰਦੇ ਨੇ। ਸੋ ਇਸ ਲਈ ਸਾਨੂੰ ਪਹਿਲੀ ਗੱਲ ਤਾਂ ਇਹ ਹੋਗਾ ਵੀ ਇਹਦੀ ਪੂਰੀ ਤਰ੍ਹਾਂ ਐਡਵਰਟਾਈਜ਼ਮੈਂਟ ਹੋਵੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੀ ਰਿਕੁਆਇਰਮੈਂਟਸ ਹੈ, ਔਰ ਜਿਹੜੇ ਸਿੱਖ ਹੈਗੇ ਉਹੀ ਆਪਣੇ ਆਪ ਨੂੰ ਵੋਟ ਲਈ ਐਨਰੋਲ ਕਰਨ ਔਰ ਆਪਣੇ ਆਪ ਨੂੰ ਰਜਿਸਟਰ ਕਰਨ, ਤਾਂ ਕਿ ਇਲੈਕਸ਼ਨਾਂ। ਦੂਜੇ ਪਾਸੇ ਸਹਿਤਾਰੀ ਸਿੱਖ ਵੋਟਰਾਂ ਦੇ ਐਸਜੀਪੀਸੀ ਚੋਣਾਂ ਲਈ VOTING ਤੇ ਐਸਐਸਆਰਓ ਨੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਹਿਤਾਰੀ ਸਿੱਖ VOTING ਕਰਨਗੇ ਜਾਂ ਨਹੀਂ, ਇਸ ਦਾ ਫੈਸਲਾ ਗੁਰਦੁਆਰਾ ਚੋਣ ਕਮਿਸ਼ਨ ਤੈਅ ਨਹੀਂ ਕਰ ਸਕਦਾ। ਅਸੀਂ ਐਕਟ ਦੇ ਮੁਤਾਬਕ ਹੀ ਕੰਮ ਕਰਾਂਗੇ। ਦੱਸਦੀ ਕਿ 2011 ਤੋਂ ਬਾਅਦ ਸਹਿਤਾਰੀ ਸਿੱਖਾਂ ਨੇ ਕੋਰਟ 'ਚ ਮੰਗ ਕੀਤੀ ਸੀ ਕਿ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ, ਜਿਸ ਤੋਂ ਬਾਅਦ 2018-19 'ਚ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਸੀ ਕਿ ਉਹ VOTING ਨਹੀਂ ਕਰ ਸਕਦੇ। ਇਸ ਸਭ ਤੋਂ ਬਾਅਦ ਸਹਿਤਾਰੀ ਸਿੱਖਾਂ ਨੇ ਕਾਨੂੰਨ ਨੂੰ ਚੈਲੰਜ ਕੀਤਾ। 2011 ਦੀ ਇਲੈਕਸ਼ਨਸ ਦੇ ਸਮੇਂ ਇਹ ਵਿਵਾਦ ਹੋਇਆ ਸੀਗਾ ਕਿ ਸਹਿਜਧਾਰੀ ਵੋਟ ਕਰਨਗੇ ਜਾਂ ਨਹੀਂ ਕਰਨਗੇ। ਮਾਮਲਾ ਕੋਰਟ ਦੇ ਵਿੱਚ ਚਲਾ ਗਿਆ। ਕਰੀਬਨ 60 ਲੱਖ ਤੋਂ ਵੱਧ ਲੋਕ ਸੀਗੇ ਜਿਹੜੇ ਵੋਟ ਕਰਨ ਤੋਂ ਰਹਿ ਗਏ, ਜਿਨ੍ਹਾਂ ਨੂੰ ਸਹਿਜਧਾਰੀ ਕਿਹਾ ਗਿਆ ਸੀਗਾ। ਲੰਬੀ ਕੋਰਟ ਦੀ ਲੜਾਈ ਚੱਲੀ ਹੈ। ਹੁਣ ਸਹਿਜਧਾਰੀ ਵੋਟਰ ਹੋਣਗੇ ਜਾਂ ਨਹੀਂ ਹੋਣਗੇ, ਦੁਬਾਰਾ ਐਸਜੀਪੀਸੀ ਦੀਆਂ ਚੋਣਾਂ 'ਚ ਵੋਟ ਕਰਨਗੇ ਜਾਂ ਨਹੀਂ ਕਰਨਗੇ, ਇਸ ਨੂੰ ਲੈ ਕੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੀ ਸੋਚ ਰਿਹਾ ਔਰ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਮੈਂ ਇਸ ਤੋਂ ਤੁਹਾਨੂੰ ਪੂਰੀ ਜਾਣਕਾਰੀ ਦੱਸ ਦਿੰਦਾ ਜੀ। ਜਿਹੜਾ ਗੁਰਦੁਆਰਾ ਐਕਟ ਹੈਗਾ ਉਹਦੇ ਵਿੱਚ ਪਰਸਨ ਐਲੀਜੀਬਲ ਟੂ ਵੋਟ
ਅੰਡਰ ਸੈਕਸ਼ਨ 49 ਪਹਿਲਾਂ ਸੀਗਾ should not shave or trim his beard excluding ਸਹਿਜਧਾਰੀ ਸਿੱਖਸ। ਹੁਣ ਜਿਹੜਾ ਵਰਡ excluding ਸਹਿਜਧਾਰੀ ਸਿੱਖਸ ਹੈ ਇਹ omit ਹੋ ਗਿਆ ਹੈਗਾ ਜੀ। ਇਹਦੇ ਪਹਿਲਾਂ ਇਹ ਜਿਹੜਾ omission ਕੀਤੀ ਸੀ ਨਾ ਜੀ, delete ਕੀਤੇ ਸੀ ਇਹ ਵਰਡ, ਇਹ ਬਾਈ ਨੋਟੀਫਿਕੇਸ਼ਨ ਕੀਤੇ ਸੀ ਜੀ। ਉਹ ਨੋਟੀਫਿਕੇਸ਼ਨ ਨਾਲ ਹਾਈ ਕੋਰਟ ਦੇ ਫੁੱਲ ਬੈਂਚ ਨੇ ਸਹਿਜਧਾਰੀ ਸਿੱਖ ਐਸੋਸੀਏਸ਼ਨ ਦੇ ਕੇਸ ਵਿੱਚ ਕਿਹਾ ਸੀ ਵੀ ਇਟ ਕੈਨ ਨਾਟ ਬੀ ਡਨ ਬਾਈ ਅ ਨੋਟੀਫਿਕੇਸ਼ਨ, ਇਟ ਹੈਵ ਟੂ ਬੀ ਡਨ ਬਾਈ ਐਨ ਐਕਟ। ਇਹ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਦਾ ਸੀ? ਹਾਂ, ਇਹ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਸੀ। ਸੋ ਉਹ ਨੋਟੀਫਿਕੇਸ਼ਨ ਇਨਵੈਲੀਡੇਟ ਕਰਤਾ ਸੀ ਫੁੱਲ ਬੈਂਚ ਨੇ, ਪਰ ਕੁਐਸਚਨ ਵੈਦਰ ਦੇ ਆਰ ਫਿਕਸ ਔਰ ਨਾਟ ਵਾਸ ਕੈਪਟ ਓਪਨ। ਇਸ ਦੇ ਅਗੇਂਸਟ, ਇਸ ਫੈਸਲੇ ਦੇ ਅਗੇਂਸਟ, ਫੁੱਲ ਬੈਂਚ ਦੇ ਫੈਸਲੇ ਦੇ ਅਗੇਂਸਟ ਸੁਪਰੀਮ ਕੋਰਟ FGPC ਗਈ ਸੀ ਜੀ, ਪਰ ਉਹ ਦੀ ਪਟੀਸ਼ਨ ਪੈਂਡਿੰਗ ਦੇ ਦੌਰਾਨ ਐਕਟ ਅਮੈਂਡ ਹੋ ਗਿਆ ਸੀ ਜੀ 2016 ਨੂੰ, ਔਰ ਉਹਨਾਂ ਨੇ ਜੋ ਅਮੈਂਡਮੈਂਟ ਪਹਿਲਾਂ ਬਾਈ ਨੋਟੀਫਿਕੇਸ਼ਨ ਕੀਤੀ ਸੀ ਬਾਈ ਵੇ ਆਫ ਅਮੈਂਡਮੈਂਟ ਆਫ ਐਕਟ ਕਰ ਦਿੱਤੀ ਜੀ। ਉਸ ਤੋਂ ਬਾਅਦ ਉਹ ਪਟੀਸ਼ਨ SLP ਜਿਹੜੀ ਸੀ ਸੁਪਰੀਮ ਕੋਰਟ 'ਚੋਂ ਇਨਫਰਕਚੁਅਸ ਹੋ ਗਈ, ਔਰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਨਾਓ ਐਕਟ ਹੈਵ ਬੀਨ ਪਾਸਡ ਫॉर देयरफॉर ਨਥਿੰਗ ਸੇ and question whether they are fixed was kept open by the full bench, they left it open. ਹੁਣ ਉਹ ਜਿਹੜੀ amendment act ਹੈਗੀ that has been challenged again by the ਮੇਰਾ ਖਿਆਲ ਹਰਬੰਸ ਸਿੰਘ ਕੰਡੋਲਾ ਦੇ ਕੇਸ ਦੇ ਵਿੱਚੋਂ, ਔਰ ਹੋਰ ਵੀ ਕਈ ਕੇਸਿਸ ਨੇ ਜਿਹਦੇ ਵਿੱਚ ਉਹ ਚੈਲੰਜ ਹੋਈ ਵੀ ਹੈ, ਔਰ ਉਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜੀ। ਉਹ ਹਾਈ ਕੋਰਟ ਹੀ ਫੈਸਲਾ ਕਰੇਗੀ whether that amendment is valid or not। ਉਹਦੇ 'ਚ ਗੁਰਦੁਆਰਾ ਕਮਿਸ਼ਨ ਦਾ ਕੋਈ ਰੋਲ ਨਹੀਂ ਹੈ। ਮਤਲਬ ਇਹ ਸਹਿਜਧਾਰੀ ਜਿਹੜੇ ਜਿਨ੍ਹਾਂ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਉਹ ਵੋਟ ਕਰਨਗੇ ਜਾਂ ਨਹੀਂ ਕਰਨਗੇ, ਇਹ ਗੁਰਦੁਆਰਾ ਕਮਿਸ਼ਨ ਇਸ ਤੇ ਫੈਸਲਾ ਨਹੀਂ ਲਏਗਾ, ਜੋ ਹਾਈ ਕੋਰਟ ਡਿਸਾਈਡ ਕਰੇਗੀ ਉਹਨੂੰ ਫੋਲੋ ਕਰੋਗੇ? ਨਹੀਂ ਜੀ, ਨਹੀਂ, ਇਸ ਤਰ੍ਹਾਂ ਨਹੀਂ ਹੈ ਜੀ। ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਦੀ ਐਕਟ। ਐਕਟ ਦੇ ਵਿੱਚ ਉਹਨਾਂ ਨੂੰ ਨਹੀਂ ਕਰ ਸਕਦੇ ਜੀ। ਅਕੋਰਡਿੰਗ ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਵਾਟਐਵਰ ਦੀ ਲੈਜਿਸਲੇਟਿਵ ਐਕਟ ਇਜ਼। ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਤੇ ਰਿਟਾਇਰਡ ਜਸਟਿਸ SSRO ਨੇ ਕਿਹਾ ਹੈ ਕਿ ਸੁਪਰੀਮ ਕੋਰਟ 'ਚ ਕਮੇਟੀ ਨੂੰ ਵੱਖਰੀ ਚੁਣੌਤੀ ਮਿਲੀ ਹੈ, ਜ਼ਰੂਰਤ ਪਈ ਤਾਂ ਕਾਨੂੰਨੀ ਰਾਏ ਲਵਾਂਗੇ। ਉਹਨਾਂ ਕਿਹਾ ਕਿ SGPC ਇੰਟਰ ਸਟੇਟ ਬਾਡੀ ਹੈ, ਪੰਜਾਬ ਰੀਆਰਗੇਨਾਈਜੇਸ਼ਨ ਦੀ ਸ਼ਕਤੀਆਂ ਕੇਂਦਰ ਦੇ ਕੋਲ ਹੈ। ਹਰਿਆਣਾ ਦੇ ਵਿੱਚ ਇੱਕ ਵੱਖਰਾ ਵਿਵਾਦ ਹੋਇਆ ਸੀਗਾ ਕਿ ਹਰਿਆਣਾ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾਵੇ। SGPC ਨੇ ਉਸ ਦਾ ਵਿਰੋਧ ਕੀਤਾ, ਪੋਲੀਟੀਕਲ ਹਲਕਿਆਂ 'ਚੋਂ ਕਿਤੇ ਵਿਰੋਧ ਹੋਇਆ, ਕਿਤੇ ਸਪੋਰਟ ਹੋਇਆ। ਗੁਰਦੁਆਰਾ ਕਮਿਸ਼ਨ ਕੀ ਕਰੇਗਾ ਉਸ ਮਸਲੇ 'ਚ? ਕੀ ਹਰਿਆਣੇ ਦੇ ਸਿੱਖਾਂ ਦੇ ਲਈ ਵੀ VOTING ਹੋਏਗੀ ਜਾਂ ਨਹੀਂ ਹੋਏਗੀ? ਜਿਹੜਾ ਹਰਿਆਣਾ ਗੁਰਦੁਆਰਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਹੈਗੀ ਜੀ ਐਕਟ ਦੇ ਵਿੱਚ, ਉਹ ਵੀ ਸੁਪਰੀਮ ਕੋਰਟ ਦੇ ਵਿੱਚ ਅੰਡਰ ਚੈਲੰਜ ਹੈ ਜੀ। ਇਸ ਲਈ ਅਸੀਂ ਉਸ ਦੇ ਵਿੱਚ ਜਿਹੜੀ ਚੀਜ਼ ਸਬਜੂਡਿਸ ਹੈ ਜੀ, ਉਹਦੇ ਵਿੱਚ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਜੀ। ਐਂਡ ਇਹਦੇ ਲਈ ਵੈਦਰ ਉਹ ਪਾਰਟਿਸਿਪੇਟ ਕਰੇਗੀ ਜਾਂ ਨਹੀਂ, ਸਾਨੂੰ ਸ਼ਾਇਦ ਲੀਗਲ ਰਾਏ ਲੈਣੀ ਪਵੇ, ਲੀਗਲ ਐਡਵਾਈਸ ਲੈਣੀ ਪਵੇ, ਐਂਡ ਅਲਟੀਮੇਟਲੀ ਤਾਂ ਜੋ ਸੁਪਰੀਮ ਕੋਰਟ ਫੈਸਲਾ ਕਰੇਗੀ ਉਸੇ ਦੇ ਮੁਜਬ ਹੀ ਚੱਲਣਾ ਪਏਗਾ। ਔਰ ਹੋ ਸਕਦਾ ਹੈਗਾ ਜਿਹੜੇ ਵੀ ਅਫੈਕਟਡ ਪਾਰਟੀਜ਼ ਨੇ ਸ਼ਾਇਦ ਉਹਦੇ 'ਚ ਸੁਪਰੀਮ ਕੋਰਟ ਜਾਣ, ਐਂਡ ਜੋ ਵੀ ਉਹਦੇ 'ਚ ਸੁਪਰੀਮ ਕੋਰਟ ਡਾਇਰੈਕਸ਼ਨ ਦੇਗੀ ਉਹੀ ਕੰਪਲਾਈ ਵਿਥ ਹੋਣਗੇ ਜੀ। ਤੁਸੀਂ ਸਰ ਥੋੜਾ ਜਿਹਾ ਇਹ ਦੱਸ ਦਿਓ, ਹਰਿਆਣਾ ਦੇ ਵਿੱਚ ਜਿਹੜਾ ਵਿਵਾਦ ਸੀਗਾ ਕਿ ਹਰਿਆਣਾ ਦੇ ਸਿੱਖ SGPC ਲਈ ਵੋਟ ਕਰਨਗੇ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟ ਕਰਨਗੇ? ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ, ਵੀ ਉਹ ਦੈਟ ਇਜ਼ ਇੰਟਾਇਰਲੀ ਉਹਨਾਂ ਦੀ ਆਪਣੀ ਡਿਸੀਜਨ ਹੈਗੀ ਜੀ, ਵੀ ਉਹ ਕੀ ਕਰਨਗੇ ਨਾ ਮੈਨੂੰ ਕਰਨਾ ਚਾਹੀਦਾ ਜੀ ਕਮੈਂਟ, ਨਾ ਮੈਂ ਕਰ ਸਕਦਾ ਜੀ। ਉਹ ਤਾਂ ਦੈਟ ਇਜ਼ ਅਪ ਟੂ them ਵੀ ਉਹ ਕੀ ਕਰਦੇ ਨੇ, ਉਹ ਤਾਂ ਲੀਗਲ ਇਸ਼ੂ ਹੈਗਾ। ਇਹ ਮੈਂ ਸਵਾਲ, ਮੈਂ ਇਹਦਾ ਸ਼ਬਦ ਬਦਲ ਦਿੰਦਾ, ਸ਼ਬਦ ਇਹ ਕਰ ਦਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੋਟਰ ਸੂਚੀਆਂ ਹੁਣ ਪੰਜਾਬ ਦੇ ਵਿੱਚ DCs ਨੂੰ ਕਹਿ ਦੇਣਾ ਅਪਡੇਟ ਕਰੋ, ਹਨਾ, ਪੰਜਾਬ ਦੇ ਵਿੱਚ ਹੋ ਜਾਣੀਆਂ। ਹਰਿਆਣੇ ਦੇ ਵਿੱਚ ਆਪਣੇ ਵੱਲੋਂ ਅਜੇ ਇੰਸਟਰਕਸ਼ਨ ਤੁਸੀਂ ਦੇਣੀਆਂ ਕਿ ਹਰਿਆਣੇ ਦੇ DCs ਜਿਹੜੀਆਂ ਵੋਟਰ ਸੂਚੀਆਂ ਬਣਾਉਣ? ਇਸ ਬਾਰੇ ਸਟੱਡੀ ਕਰਾਂਗੇ ਜੀ ਐਕਟ ਨੂੰ, ਔਰ ਲੀਗਲ ਰਾਏ ਲਵਾਂਗੇ ਜੀ। ਮੈਂ ਇਸ ਸਟੇਜ ਤੇ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਲੀਗਲ ਰਾਏ ਤੁਸੀਂ ਕਿੱਥੋਂ ਲਵੋਗੇ? ਲੀਗਲ ਰਾਏ ਦਾ ਮਸਲਾ ਇਹ ਹੈ ਕਿਉਂਕਿ ਸਹਿਜਧਾਰੀ ਕੇਸਾਂ ਦੇ ਵਿੱਚ ਵੀ ਪੰਜਾਬ ਹੈ ਔਰ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਹਰਿਆਣਾ ਇਨਵੋਲਵ ਹੈ, ਦੋਵੇਂ ਸਟੇਟ ਪਾਰਟੀ ਹੈਗੇ। ਜਿਹੜੀ ਸੈਂਟਰਲ ਸਾਡੀ ਜਿਹੜੀ ਅਪਾਇੰਟਮੈਂਟ ਔਰ ਜਿਹੜੀ ਇਲੈਕਸ਼ਨਸ
ਕਰਦੇ ਨੇ ਮੇਰੀ ਉਹ ਸੈਂਟਰਲ ਗਵਰਨਮੈਂਟ ਦੇ ਨਾਲ ਹੁੰਦੀ ਹੈ। ਜਿਹੜੀ FGPC ਹੈ ਉਹ ਅੱਜ ਦੇ ਦਿਨ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਜੀ। ਜਿਹੜੇ ਗੁਰਦੁਆਰੇ ਨੇ ਉਹ ਪੰਜਾਬ 'ਚ ਵੀ ਨੇ, ਹਰਿਆਣੇ 'ਚ ਵੀ ਨੇ, ਹਿਮਾਚਲ 'ਚ ਵੀ ਨੇ ਔਰ UT ਚੰਡੀਗੜ੍ਹ 'ਚ ਵੀ ਨੇ। ਇਹ ਸਾਰੇ ਗੁਰਦੁਆਰਿਆਂ ਦਾ ਇੰਟਰ ਸਟੇਟ ਬਾਡੀ ਕਾਰਪੋਰੇਟ ਇਹ ਰੂਪ ਇਹਦਾ ਹੈਗਾ। ਇਟ ਇਜ਼ ਨਾਟ ਕਨਫਾਈਨਡ ਓਨਲੀ ਟੂ ਪੰਜਾਬ ਸਟੇਟ। ਇਸ ਕਰਕੇ ਇਹਦੀ ਜਿਹੜੀ ਕੰਡਕਟ ਆਫ ਇਲੈਕਸ਼ਨਸ ਹੈਗੀ ਜੀ ਉਹ ਅੰਡਰ ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਵੈਸਟ ਵਿਦ ਦਾ ਸੈਂਟਰਲ ਗਵਰਨਮੈਂਟ। ਇਸ ਲਈ ਜੇ ਲੀਗਲ ਰਾਏ ਲੈਣੀ ਪਈ ਤਾਂ ਸੈਂਟਰਲ ਗਵਰਨਮੈਂਟ ਦੀ ਜਿਹੜੀ ਏਜੰਸੀ ਹੈ ਹੋ ਸਕਦਾ ਅਸੀਂ ਉਹਨਾਂ ਤੋਂ ਹੀ ਲਈਏ ਤਾਂ ਕਿ ਕੋਈ ਵੀ ਕਿਸੇ ਪਾਰਟੀ ਨੂੰ ਕੋਈ ਉਹ ਨਾ ਹੋਵੇ। ਬਟ ਇਹ ਦਿਸ ਹੈਵ ਟੂ ਬੀ ਲੀਗਲੀ ਐਗਜ਼ਾਮਿਨਡ ਬਾਈ ਮੀ ਐਂਡ ਇਸ ਨੂੰ ਲੀਗਲ ਰਾਏ ਵੀ ਲੈਣੀ ਪੈ ਸਕਦੀ ਹੈਗੀ। ਵਾਟ ਇਜ਼ ਟੂ ਬੀ ਡਨ ਇਨ ਦਿਸ ਕੇਸ ਆਈ ਵਿਲ not in a position to say anything in this regard at present. ਇਸ ਦੇ ਨਾਲ ਹੀ SSRO ਨੇ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਨਵੇਂ ਕਾਨੂੰਨ ਦੇ ਮੁਤਾਬਕ ਹੁਣ ਜੋ ਜ਼ਮੀਨ ਠੇਕੇ ਤੇ ਲਵੇਗਾ ਉਸ ਨੂੰ ਕਿਸੇ ਵੀ ਤਰੀਕੇ ਦਾ ਮਾਲਕਾਨਾ ਹੱਕ ਨਹੀਂ ਮਿਲੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਕੋਈ 6 ਸਾਲ ਤੋਂ ਜ਼ਿਆਦਾ ਜ਼ਮੀਨ ਠੇਕੇ ਤੇ ਲੈਂਦਾ ਸੀ ਤਾਂ ਗਿਰਦਾਵਰੀ ਕਿਰਾਏਦਾਰ ਦੇ ਨਾਮ ਤੇ ਹੋ ਜਾਂਦੀ ਸੀ, ਜੋ ਕਿ ਹੁਣ ਬੰਦ ਕਰ ਦਿੱਤੀ ਗਈ ਹੈ। ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਦੇ ਤਹਿਤ ਜੇਕਰ ਕੋਈ ਆਪਣੀ ਜ਼ਮੀਨ ਠੇਕੇ ਤੇ ਦੇ ਕੇ ਵਿਦੇਸ਼ ਵੀ ਚਲਾ ਜਾਂਦਾ ਹੈ ਤਾਂ ਜ਼ਮੀਨ ਤੇ ਉਸ ਦਾ ਮਾਲਕਾਨਾ ਹੱਕ ਰਹੇਗਾ। ਤੁਸੀਂ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਬਣਾਇਆ ਨਵਾਂ। ਹਾਂਜੀ, ਇਹ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਕੀ ਹੈਗਾ ਜੋ ਜਸਟਿਸ SSRO ਨੇ ਬਣਾਇਆ? ਇਹਦੇ ਵਿੱਚ ਮੇਨ ਮੁੱਦਾ ਇਹ ਹੈਗਾ ਜੀ ਵੀ ਪੰਜਾਬ ਦੇ ਵਿੱਚ ਨਾ ਜੀ ਜਿਹੜਾ ਵੀ ਟੈਨੈਂਟ ਹੁੰਦਾ ਸੀ ਨਾ ਜੀ, ਜੇ ਉਹਦੇ ਨਾਮ 6 ਸਾਲ ਦੀ ਗੁਰਦੌਰੀ ਹੋ ਜਾਂਦੀ ਸੀ ਤਾਂ ਉਹਨੂੰ ਮਾਲਕਾਨਾ ਹੱਕ ਮਿਲ ਜਾਂਦਾ ਸੀ ਜੀ, ਪ੍ਰੋਪਰਾਈਟਰੀ ਰਾਈਟਸ ਮਿਲ ਜਾਂਦੇ ਸੀ ਵੀ ਉਹ ਪੰਜਾਬ ਆਕੂਪੈਂਸੀ ਟੈਨੈਂਟ ਵੇਸਟਿੰਗ ਆਫ ਪ੍ਰੋਪਰਾਈਟਰੀ ਰਾਈਟਸ ਐਕਟ ਦੇ। ਸੋ ਇਸ ਕਰਕੇ ਨਾ ਜੀ ਜ਼ਿਮੀਂਦਾਰ ਜਿਹੜੇ ਸੀ ਜੇ ਉਹ ਆਪਣਾ ਜ਼ਮੀਨ ਠੇਕੇ ਤੇ ਦਿੰਦੇ ਵੀ ਸੀ ਜਾਂ ਅੱਜ ਵੀ ਦਿੰਦੇ ਨੇ, ਉਹ ਟੈਨੈਂਟ ਦਾ ਨਾਮ ਕਾਗਜ਼ਾਂ ਵਿੱਚ ਨਹੀਂ ਆਉਣ ਦਿੰਦੇ ਵੀ ਕੱਲ੍ਹ ਨੂੰ ਇਹ ਮਾਲਕਾਨਾ ਹੱਕ ਨਾ ਮੰਗੇ। ਕੋਈ ਵੀ ਆਪਣੀ ਜ਼ਮੀਨ ਠੇਕੇ ਤੇ ਨਹੀਂ ਦੇਗਾ ਵੀ ਜੇ ਉਹਦੇ ਮਾਲਕਾਨਾ ਹੱਕ ਖਤਮ ਹੋ ਜਾਣਗੇ। ਇਸ ਲਈ ਇਹ ਅਸੀਂ ਉਸ ਨੂੰ ਅਬੋਲਿਸ਼ ਕਰ ਰਹੇ ਹਾਂ ਜੀ। ਨੰਬਰ 1 ਵੀ ਕਿਸੇ ਵੀ ਕੀਮਤ ਤੇ ਜਿਹੜਾ ਜ਼ਮੀਨ ਠੇਕੇ ਤੇ ਦੇਗਾ ਉਹਨੂੰ ਜਿਹੜਾ ਟੈਨੈਂਟ ਹੋਏਗਾ, ਉਹਦਾ ਜਿਹੜਾ ਲੈਸੀ ਹੋਏਗਾ, ਉਹਨੂੰ ਮਾਲਕਾਨਾ ਹੱਕ ਨਹੀਂ ਮਿਲੇਗਾ ਐਂਡ ਇਟ ਵਿਲ ਨਾਟ ਇੰਪੈਕਟ ਦੀ ਓਨਰਸ਼ਿਪ ਰਾਈਟਸ ਆਫ ਦੀ ਲੈਂਡ ਓਨਰ। ਇਹਦੇ ਨਾਲ ਨਾ ਜੀ ਬੜਾ ਵੱਡਾ ਜਿਹੜੇ ਸਾਡੇ ਸਿੱਖ ਬਾਹਰ ਗਏ ਹੋਏ ਨੇ ਨਾ ਜੀ, ਜ਼ਿਮੀਂਦਾਰ ਸਿੱਖ ਕੀ ਜਿਹੜੇ ਵੀ ਜ਼ਿਮੀਂਦਾਰ ਗਏ ਨੇ ਬਾਹਰ ਆਊਟ ਆਫ ਦਾ ਕੰਟਰੀ ਔਰ ਉਹਨਾਂ ਦੀ ਲੈਂਡ ਇੱਥੇ ਹੈਗੀ ਜਿਹੜੇ ਉਹ ਠੇਕੇ ਤੇ ਨਹੀਂ ਦੇ ਸਕਦੇ, ਉਹ ਠੇਕੇ ਤੇ ਦੇ ਕੇ ਜਾ ਸਕਦੇ ਨੇ ਔਰ ਉਹਦੇ 'ਚ ਰਜਿਸਟਰਡ ਐਗਰੀਮੈਂਟ ਹੋਏਗੀ ਜਿਹੜੀ ਅਸੀਂ ਰਿਕਮੈਂਡ ਕੀਤੀ ਹੈ। ਨੀਤੀ ਆਯੋਗ ਨੇ ਕਿਹਾ ਹੈਗਾ ਵੀ ਇਸ ਨੂੰ ਤੁਸੀਂ ਹਰ ਸਟੇਟ ਇਸ ਨੂੰ ਇੰਪਲੀਮੈਂਟ ਕਰੇ। ਉਹਨਾਂ ਨੇ ਕਿਹਾ ਹੈਗਾ that this was considered as a feudal legacy in the past, today it is an economic necessity। ਹਾਂਜੀ, ਫਿਰ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹ ਕਈ ਦਫਾ ਆਪਣੇ ਇੰਨਾ ਨਹੀਂ ਕਰ ਸਕਦੇ ਹੋਰ ਕੰਮ 'ਚ, ਉਹ ਆਪਣੇ ਜਿਹੜਾ ਛੋਟਾ ਵੀ ਰਕਬਾ ਹੈਗਾ ਉਹ ਠੇਕੇ ਤੇ ਦੇ ਕੇ ਆਪਣਾ ਆਰਾਮ ਨਾਲ ਜਾ ਸਕਦੇ ਨੇ। ਰਜਿਸਟਰਡ ਐਗਰੀਮੈਂਟ ਹੋਏਗਾ ਜੇ 1 ਸਾਲ ਤੋਂ ਵੱਧ ਲੀਜ਼ ਹੋਏਗੀ। ਵਾਦੇ ਅਗਲੀ ਖਬਰ ਦੇ ਵੱਲ ਵਿਵਾਦਾਂ ਚ ਘਿਰੇ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ। ਵਿਜੀਲੈਂਸ ਵਿਭਾਗ ਵੱਲੋਂ ਦਰਜ ਕੀਤੇ ਗਏ ਮੁਕੱਦਮੇ 'ਚ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਕਿਸੇ ਵੀ ਸਮੇਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੱਸ ਦਈਏ ਕਿ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੀ ਸਪੈਸ਼ਲ ਕੋਰਟ ਦੇ ਜੱਜ ਪਰਮਿੰਦਰ ਸਿੰਘ ਗਰੇਵਾਲ ਨੇ ਆਦੇਸ਼ ਦਿੱਤਾ ਸੀ ਕਿ ਸਾਬਕਾ DGP ਸੁਮੇਧ ਸੈਣੀ ਖਿਲਾਫ ਦਰਜ ਵਿਜੀਲੈਂਸ ਵਿਭਾਗ ਦੇ ਮੁਕੱਦਮੇ 'ਚ ਵਿਜੀਲੈਂਸ ਵੱਲੋਂ ਪੁੱਛਗਿੱਛ ਜ਼ਰੂਰੀ ਹੈ, ਜਿਸ ਦੇ ਚੱਲਦੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਵਧੇ ਅਗਲੀ ਖਬਰ ਦੇ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਸਾਂਸਦ ਹੰਸਰਾਜ ਹੰਸ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਦਿੱਲੀ ਵਿੱਚ 9 ਸਾਲਾ ਬੱਚੀ ਦੇ ਨਾਲ ਜੋ ਘਿਨੌਣਾ ਅਪਰਾਧ ਹੋਇਆ ਹੈ ਉਸ ਨੂੰ ਜਲਦੀ ਹੱਲ ਕਰਨ ਅਤੇ ਪੀੜਤ ਪਰਿਵਾਰ ਨੂੰ ਮਿਲਣ ਲਈ ਕਿਹਾ। ਹੰਸਰਾਜ ਨੇ ਦੱਸਿਆ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਅਤੇ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਦੱਸਦੇ ਕਿ ਪਿਛਲੇ ਦਿਨੀ ਦਿੱਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿੱਥੇ 9 ਸਾਲਾ ਬੱਚੀ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਗਈ। ਇਸ ਮਾਮਲੇ ਵਿੱਚ ਦੋਸ਼ ਲਗਾਏ ਗਏ ਸਨ ਕਿ ਸ਼ਮਸ਼ਾਨ ਘਾਟ ਦੇ ਵਿੱਚ ਬੱਚੀ ਨੂੰ रेप करने तो बाद जिंदा जला दिता गया सी। हम सब लोग उसकी जो हुआ है उसके लिए बहुत अफसोस है। हम शर्मिंदा हैं इस दौर में पैदा हुए हैं जहां बच्चियों के साथ ऐसा होता है। दूसरी बात, अगर फॉर्मेलिटी करनी होती जल्दी जल्दी स्पीड से, कल भी मैं आया था लेकिन चले गया,
मेरा दिल था कि मैं कुछ गवर्नमेंट से बात करके आऊं। आज प्रधानमंत्री साहब जी ने टाइम दिया, बाकायदा मैं वहीं से सीधा आ रहा हूं। बिल्कुल। उन्होंने ये बोला कि जाके वहाँ एक तो आश्वासन दो कि अब जो पहले हुआ नाइंसाफी होती रही है, कुछ लोगों से बताया जाता रहा, इसीलिए मुझे, मैं जहाँ का मैं सांसद नहीं हूँ, इसीलिए मुझे भेजा है कि तुम सारे समाज की पूछो क्या चाहते हैं। बिल्कुल सही बात की आपने। अदालत कानून तो अपना काम करेगी, उसको अंजाम तक ले जाना भी है। उसके अलावा आप प्रधानमंत्री से, सेंट्रल गवर्नमेंट से जो हुक्म करते हैं, मेरे भाई बैठे हैं, जो आप हुक्म करेंगे, देखो मैं सियासतदान नहीं, मैं आर्टिस्ट हूँ और आपके भाई के नाते आया हूँ, ठीक है। जो मैं बात यहाँ करूँगा अगर पूरी हुई तो मुझे आने का या दोबारा मिलने का हक है, नहीं तो मैं मुंह नहीं दिखाऊंगा। मुझे सिर्फ पूरा मशवरा करके, कूल डाउन होके सलाह करके बता दो कि हम, एक तो पहला तो मेरा ही है, मुझे पूछने की जरूरत बिल्कुल नहीं। सही बात है। जो दरिंदे हैं उनको अंजाम तक पहुंचाना ये हम सबका है। बिल्कुल है। उसके अलावा परिवार के लिए या जो भी आप सोचते हैं, बिल्कुल सही बात वो है। मेरी ड्यूटी है, हम सबकी ड्यूटी है। बिल्कुल। मैं लेके जाऊंगा जहां भैया ने बोला। बिल्कुल। 12 ਤੋਂ 18 ਸਾਲ ਦੇ ਬੱਚਿਆਂ ਲਈ 2022 ਚ ਵੈਕਸੀਨ ਆ ਸਕਦੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਧਾਰ ਪੂਨਾਵਾਲਾ ਨੇ ਕਿਹਾ ਹੈ ਕਿ ਭਾਰਤ ਵਿੱਚ ਉਹਨਾਂ ਦੀ ਕੰਪਨੀ ਵੱਲੋਂ ਬਣਾਇਆ ਜਾਣ ਵਾਲਾ ਕੋਵਿਡ-19 ਟੀਕਾ ਕੋਵੈਕਸ ਅਕਤੂਬਰ ਵਿੱਚ ਜਾਰੀ ਕੀਤਾ ਜਾਵੇਗਾ ਅਤੇ ਬੱਚਿਆਂ ਲਈ 2022 ਵਿੱਚ ਜਾਰੀ ਹੋਵੇਗਾ। ਉਨ੍ਹਾਂ ਸੀਰਮ ਇੰਸਟੀਚਿਊਟ ਨੂੰ ਸਹਿਯੋਗ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਕੰਪਨੀ ਮੰਗ ਨੂੰ ਪੂਰਾ ਕਰਨ ਲਈ ਕੋਵਿਸ਼ੀਲਡ ਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਵਿਚਕਾਰ ਮੁਲਾਕਾਤ 30 ਮਿੰਟ ਲਈ ਚੱਲੀ। ਪੂਨਾਵਾਲ ਨੇ ਮੀਟਿੰਗ ਤੋਂ ਬਾਅਦ ਕਿਹਾ ਸਰਕਾਰ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਅਤੇ ਸਾਨੂੰ ਕਿਸੇ ਵਿੱਤੀ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ। ਅਸੀਂ ਸਾਰੇ ਸਹਿਯੋਗ ਅਤੇ ਸਹਾਇਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਨੇ। ਤੇ ਸਨ ਹੁਣ ਤੱਕ ਦੇ ਕੁਝ ਖਾਸ ਖਬਰਾਂ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਐਸਜੀਪੀਸੀ ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਜਸਟਿਸ ਐਸਐਸਆਰਓ ਨੇ ਦੈਨਿਕ ਸਵੇਰਾ ਨਾਲ ਕੀਤੀ ਗੱਲਬਾਤ। ਚੋਣ ਪ੍ਰਕਿਰਿਆ ਨੂੰ ਲੈ ਕੇ ਕੀਤੀ ਖਾਸ ਗੱਲਬਾਤ। ਸਹਿਤਾਰੀ ਸਿੱਖ ਵੋਟਰਾਂ ਦੇ ਐਸਜੀਪੀਸੀ ਚੋਣਾਂ ਲਈ VOTING ਮਾਮਲੇ 'ਚ ਐਕਟ ਮੁਤਾਬਿਕ ਹੋਵੇਗਾ ਕੰਮ। ਗੁਰਦੁਆਰਾ ਚੋਣ ਕਮਿਸ਼ਨ ਨਹੀਂ ਕਰੇਗਾ ਤੈਅ। ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਤੇ ਰਿਟਾਇਰਡ ਜਸਟਿਸ ਐਸਐਸਆਰਓ ਦਾ ਬਿਆਨ। ਜ਼ਰੂਰਤ ਪਈ ਤਾਂ ਲਵਾਂਗੇ ਕਾਨੂੰਨੀ ਰਾਏ। ਹੁਣ ਠੇਕੇਦਾਰ ਜ਼ਮੀਨ ਤੇ ਨਹੀਂ ਜਤਾ ਪਾਵੇਗਾ ਹੱਕ। ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਦੇ ਤਹਿਤ ਜੇਕਰ ਕੋਈ ਆਪਣੀ ਜ਼ਮੀਨ ਠੇਕੇ ਤੇ ਦੇ ਕੇ ਵੀ ਵਿਦੇਸ਼ ਰਹਿੰਦਾ ਤਾਂ ਰਹੇਗਾ ਜ਼ਮੀਨ ਤੇ ਮਾਲਕਾਨਾ ਹੱਕ। ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ। ਵਿਜੀਲੈਂਸ ਵੱਲੋਂ ਦਰਜ ਕੀਤੇ ਮੁਕੱਦਮੇ ਤੇ ਮੋਹਾਲੀ ਦੀ ਜ਼ਿਲ੍ਹਾ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀ।